ਸਿੱਖੀ ਜਿਹੜਾ ਉਹ ਕੋਈ ਧਰਮ ਨਹੀਂ ਹੈ। ਸਿੱਖ ਧਰਮ ਦਾ ਮਨੁੱਖਤਾ ਦੇ ਨਾਲ ਕੀ ਸੰਬੰਧ ਹੈ? ਇਹ ਸਵਾਲ ਹੀ ਗਲਤ ਹੋ ਜਾਂਦਾ। ਇੱਥੇ ਦੇ ਜੋ ਲੋਕ ਨੇ ਸ਼ੁਰੂ ਤੋਂ ਹੀ ਇੱਕ ਤੰਗ ਮਾਨਸਿਕਤਾ ਦੇ ਗੁਲਾਮ ਰਹੇ ਨੇ। ਕਿਹੜੀ ਵਿਚਾਰਧਾਰਾ ਦਿੱਤੀ ਜਿਹੜੇ ਹੋਰਾਂ ਧਰਮ ਜਿਹੜੇ ਨਹੀਂ ਦੇ ਪਾਏ ਸੀ? ਗੁਰੂ ਗ੍ਰੰਥ ਸਾਹਿਬ ਜੀ ਤੋਂ ਹਰ ਰੋਜ਼ ਸਿੱਖਣਾ ਹੈ, ਨਿਤ ਦਿਨ ਸਿੱਖਣਾ ਹੈ। ਸਰਕਾਰੀ ਮਹਿਕਮਾ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਲੋਕਾਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਹੈ, ਜੋ ਅਸੀਂ ਉਹਨਾਂ ਨੂੰ ਸ਼ਹਿਦ ਦੇ ਰਹੇ ਹਾਂ ਤਾਂ ਫਿਰ ਉਹਨਾਂ ਦੀ ਜੋ ਹੌਸਲਾ ਹੋਰ ਵਧ ਜਾਂਦਾ। ਸਾਡੇ ਗੁਰੂ ਨਾਨਕ ਸਾਹਿਬ ਵਰਗੇ ਲੀਡਰ ਇੱਥੇ ਹੋਣ ਜਿਹੜੇ ਕਹਿ ਸਕਣ ਕਿ ਰਾਜੇ ਸ਼ੀ ਮੁਕੱਦਮ ਕੁੱਤੇ। ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਣੇ ਲੀਡਰ ਕੋਈ ਵਾਲੇ ਚੰਗੇ ਨੇ, ਕਿ ਉਹਨਾਂ ਨੂੰ ਕੁਰਸੀ ਤੋਂ ਬਿਨਾਂ ਕੁਝ ਹੋਰ ਨਹੀਂ ਦਿਖਦਾ। ਹਰ ਇੱਕ ਬੰਦੇ ਦੀ ਉਹਨਾਂ ਦੇ ਅੰਦਰ ਵੈਲਿਊ ਹੈ। ਮੋਢੀ ਬੰਦੇ ਨੇ ਉਹ ਜ਼ਿਆਦਾਤਰ ਕਰਪਟ ਹੋ ਚੁੱਕੇ ਨੇ। ਰੋਡ ਤੇ ਕੋਈ ਐਕਸੀਡੈਂਟ ਹੋ ਗਿਆ, ਕੁਝ ਦੁਰਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਨੌਜਵਾਨੀ ਦੀ ਸੋਚ ਨੂੰ ਖਤਮ ਕਰ ਦਿਓ। ਜਿਹੜੇ ਮੇਰੇ ਪੰਥ ਦਰਦੀ ਵੀਰ ਨੇ ਉਹ ਆਪਣੇ ਦਸਵੰਧ ਦੀ ਸਭ ਤੋਂ ਪਹਿਲਾਂ ਯੋਗ ਵਰਤੋਂ ਕਰਨੀ ਸ਼ੁਰੂ ਕਰਨ। ਕਿ ਇਹਨਾਂ ਨਗਰ ਕੀਰਤਨਾਂ ਦੇ ਉੱਤੇ, ਲੰਗਰਾਂ ਦੇ ਉੱਤੇ ਕੌਮ ਦਾ ਬਹੁਤ ਪੈਸਾ ਬਰਬਾਦ ਹੋ ਗਿਆ। ਉਹਨਾਂ ਨੂੰ ਪਤਾ ਨਹੀਂ ਹੈ ਕਿ ਅਸਲ ਦੇ ਵਿੱਚ ਅਸੀਂ ਕਿਸ ਕੌਮ ਦੇ ਵਾਰਸ ਹਾਂ, ਅਸੀਂ ਸਾਡੀ ਜੜ ਕੀ ਹੈ ਅਸਲ ਦੇ ਵਿੱਚ। ਜਦੋਂ ਕਿਸੇ ਨੂੰ ਆਪਣੀ ਜੜ ਨਾ ਪਤਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਾਡੇ ਦੇਸ਼ 'ਚ ਵੀ ਲਾਗੂ ਹੋ ਜਾਏ ਤੇ ਸਾਡਾ ਦੇਸ਼ ਵੀ ਕਿਤੇ ਸੁਧਰ ਜਾਏ। ਜਦੋਂ ਆਪਣਾ ਫਿਊਚਰ ਕਿਸੇ ਨੌਜਵਾਨ ਨੂੰ ਇੱਥੇ ਦਿਖੇਗਾ ਤਾਂ ਫਿਰ ਉਹ ਆਪਣਾ ਪੈਰ ਇਸ ਰਾਹ ਤੇ ਵਧਾਉਣ ਲਈ ਕਦੇ ਪਿੱਛੇ ਨਹੀਂ ਪਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਆਪਣੇ ਵਿਚਾਰਾਂ ਚੱਲ ਰਹੀਆਂ ਸੀ ਟਰੂ ਲਰਨਰ ਚੈਨਲ ਦੇ ਉੱਤੇ, ਤੇ ਸਾਡੇ ਨਾਲ ਵੀਰ ਜੀ ਜੁੜੇ ਸੀ, ਗੁਰਲਾਲ ਸਿੰਘ ਜੀ। ਤੇ ਵੀਰ ਜੀ, ਇੱਕ ਸਵਾਲ ਇੱਕ ਮਨ 'ਚ ਜ਼ਿਹਨ 'ਚ ਉੱਠਿਆ ਹੈ ਕਿ ਸਿੱਖ ਧਰਮ ਦਾ ਮਨੁੱਖਤਾ ਦੇ ਨਾਲ ਕੀ ਸੰਬੰਧ ਹੈ? ਇਸ ਤੇ ਥੋੜੀ ਵਿਚਾਰਾਂ ਕਰੀਏ, ਦੱਸੋ ਜੀ। ਸਭ ਤੋਂ ਪਹਿਲਾਂ ਸੰਗਤ ਨੂੰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਤੁਸੀਂ ਸਵਾਲ ਕੀਤਾ ਹੈ ਕਿ ਸਿੱਖ ਧਰਮ ਦਾ ਮਨੁੱਖਤਾ ਦੇ ਨਾਲ ਕੀ ਸੰਬੰਧ ਹੈ, ਜਦੋਂ ਅਸੀਂ ਗਹਿਰਾਈ ਨਾਲ ਇਸ ਸਵਾਲ ਨੂੰ ਦੇਖਦੇ ਹਾਂ ਨਾ ਤਾਂ ਸਾਨੂੰ ਇਹ ਪਤਾ ਲੱਗਦਾ ਅਸਲ ਦੇ ਵਿੱਚ ਇਹ ਸਵਾਲ ਹੀ ਗਲਤ ਹੋ ਜਾਂਦਾ। ਕਿਉਂਕਿ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਹੈ, ਜੋ ਸਿੱਖ ਧਰਮ ਦਾ ਸਿਧਾਂਤ ਹੈ, ਉਹਦੇ ਮੁਤਾਬਕ ਸਾਨੂੰ ਇਹ ਸਮਝ ਆਉਂਦਾ ਕਿ ਦੁਨੀਆ ਦੇ ਵਿੱਚ ਇੱਕੋ ਇੱਕ ਹੀ ਸਭ ਤੋਂ ਵੱਡਾ ਧਰਮ ਹੈ, ਉਹ ਹੈ ਮਨੁੱਖਤਾ ਦਾ ਧਰਮ, ਇਨਸਾਨੀਅਤ ਦਾ ਧਰਮ। ਸੋ ਜਦੋਂ ਅਸੀਂ ਇਹ ਸਵਾਲ ਫਿਰ ਕਰਦੇ ਹਾਂ ਕਿ ਸਿੱਖ ਧਰਮ ਦਾ ਮਨੁੱਖਤਾ ਦੇ ਨਾਲ ਸੰਬੰਧ ਕੀ ਹੈ, ਇੱਥੇ ਆ ਕੇ ਗੱਲ ਹੀ ਖਤਮ ਹੋ ਜਾਂਦੀ ਹੈ। ਕਿਉਂਕਿ ਸਿੱਖ ਜਿਹੜਾ ਹੈ, ਸਿੱਖੀ ਜਿਹੜਾ ਉਹ ਕੋਈ ਧਰਮ ਨਹੀਂ ਹੈ। ਸਿੱਖੀ ਗੁਰੂ ਨਾਨਕ ਸਾਹਿਬ ਨੇ ਇੱਕ ਵਿਚਾਰਧਾਰਾ ਦਿੱਤੀ ਹੈ। ਉਹ ਐਸੀ ਵਿਚਾਰਧਾਰਾ ਜਿਹੜੀ ਸਮਾਜ ਨੂੰ ਉਸਾਰੂ ਪਾਸੇ ਵੱਲ ਲੈ ਕੇ ਜਾਵੇ, ਸਮਾਜ ਨੂੰ ਇੱਕ ਅਜਿਹੀ ਸੇਧ ਦੇਵੇ ਜਿਹਦੇ ਨਾਲ ਮਨੁੱਖ ਦਾ ਜੀਵਨ ਪੱਧਰ ਉੱਚਾ ਉੱਠ ਸਕੇ। ਉਹ ਜਿਹੜੀਆਂ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਦਿੱਤੀ, ਉਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਦੋਂ ਅਸੀਂ ਆਉਨੇ ਆ ਤਾਂ ਆਪਣੇ ਆਪ ਮਨੁੱਖਤਾ ਦਾ ਭਲਾ ਹੀ ਭਲਾ ਹੁੰਦਾ ਹੈ। ਤੇ ਜਿਹੜਾ ਮਨੁੱਖਤਾ ਦਾ ਜਿਹੜਾ ਧਰਮ ਹੈ, ਸਭ ਤੋਂ ਵੱਡਾ ਜਿਹੜਾ ਧਰਮ ਹੈ, ਜਿਵੇਂ ਕਿ ਗੁਰਬਾਣੀ ਦਾ ਹੀ ਫਰਮਾਨ ਆਉਂਦਾ ਹੈ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਹਰੀ ਦਾ ਨਾਮ, ਉਸ ਪਰਮਾਤਮਾ ਨੂੰ ਅਸੀਂ ਹਮੇਸ਼ਾ ਚੇਤੇ ਰੱਖਣਾ ਹੈ। ਤੇ ਦੂਜਾ ਨਿਰਮਲ ਕਰਮ ਕਰਨੇ ਆ, ਮਤਲਬ ਕਿ ਆਪਣੇ ਗੁਣਾਂ ਨੂੰ, ਆਪਣੇ ਆਚਰਣ ਨੂੰ ਇੰਨਾ ਉੱਚਾ ਰੱਖਣਾ ਹੈ ਕਿ ਜਿੰਨੇ ਵੀ ਇਹ ਗੁਣ ਨੇ ਸਾਡੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜੀਵਨ ਦੇ ਵਿੱਚ ਵਿਚਰਦੇ ਹਾਂ, ਅਸੀਂ ਉਹਨਾਂ ਗੁਣਾਂ ਨੂੰ ਆਪਣੇ ਨਾਲ ਲੈ ਕੇ ਚੱਲੀਏ। ਜਿਹੜੇ ਛੋਟੇ ਛੋਟੇ ਗੁਣ ਹੁੰਦੇ ਨੇ ਸਾਡੇ ਜੀਵਨ ਨੂੰ ਬਹੁਤ ਉੱਚਾ ਬਣਾ ਦਿੰਦੇ ਨੇ। ਲੋੜਵੰਦਾਂ ਦੀ ਮਦਦ ਕਰਨਾ, ਦਇਆ ਦੀ ਭਾਵਨਾ ਪੈਦਾ ਕਰਨਾ, ਹੋਰ ਬਹੁਤ ਸਾਰੇ ਗੁਣ ਨੇ ਜਿਹੜੇ ਆਪਾਂ ਨੂੰ ਆਪਣੇ ਆਚਰਣ ਨੂੰ ਉੱਚਾ ਚੁੱਕ ਸਕਦੇ ਨੇ। ਸੋ ਜਿਹੜਾ ਇਹ ਸਵਾਲ ਹੈ ਕਿ ਸਿੱਖ ਧਰਮ ਦਾ ਮਨੁੱਖਤਾ ਦੇ ਨਾਲ ਕੀ ਸੰਬੰਧ ਹੈ, ਅਸਲ ਦੇ ਵਿੱਚ ਸਿੱਖੀ ਹੀ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ, ਜੋ ਮੈਂ ਸਮਝਦਾ ਕਿ ਇਹ ਬਿਲਕੁਲ ਪੂਰੀ ਦੁਨੀਆ ਨੂੰ ਮੰਨ ਲੈਣਾ ਚਾਹੀਦਾ। ਤੇ ਤੁਹਾਡੇ ਹਿਸਾਬ ਨਾਲ ਵੀਰ ਜੀ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਮਤਲਬ ਐਸੀ ਕਿਹੜੀ ਵਿਚਾਰਧਾਰਾ ਦਿੱਤੀ ਜਿਹੜੇ ਹੋਰਾਂ ਧਰਮ ਜਿਹੜੇ ਨਹੀਂ ਦੇ ਪਾਏ ਸੀ? ਜਿਹੜੇ ਸਿੱਖੀ 'ਚ ਕੀ ਵਿਲੱਖਣਤਾ ਹੈ ਜਿਹੜੀ ਹੋਰਾਂ ਧਰਮਾਂ 'ਚ ਨਹੀਂ ਹੈ? ਕਿਉਂ ਇਹ ਸਰਵਸ਼੍ਰੇਸ਼ਟ ਧਰਮ ਕਿਉਂ ਹੈ? ਕੋਈ ਹੋਰ ਮਤਲਬ ਸਾਨੂੰ ਐਗਜ਼ਾਮਪਲ ਦਿਓ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ। ਵੀਰ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਭਾਰਤ ਦੇਸ਼ ਹੈ, ਜੋ ਸਾਡਾ ਦੇਸ਼ ਹੈ, ਇੱਥੇ ਦੇ ਜੋ ਲੋਕ ਨੇ ਸ਼ੁਰੂ ਤੋਂ ਹੀ ਇੱਕ ਤੰਗ ਮਾਨਸਿਕਤਾ ਦੇ ਗੁਲਾਮ ਰਹੇ ਨੇ। ਸ਼ੁਰੂ ਤੋਂ ਹੀ ਇੱਕ ਅਜਿਹਾ ਸਿਸਟਮ ਇਸ ਦੇਸ਼ ਦੇ ਵਿੱਚ ਹੈ
ਕਿ ਜਦੋਂ ਗੁਰੂ ਨਾਨਕ ਸਾਹਿਬ ਦੇਸ਼ ਤੇ ਆਏ, ਆਪਾਂ ਦੇਖਦੇ ਹੀ ਹਾਂ ਕਿ ਸਾਨੂੰ ਪਤਾ ਹੈ, ਇਤਿਹਾਸ ਤੋਂ ਵੀ ਵਾਕਿਫ ਹਾਂ ਸਾਰਾ, ਤੇ ਗੁਰਬਾਣੀ ਤੋਂ ਵੀ ਸਾਨੂੰ ਪ੍ਰਮਾਣ ਮਿਲਦੇ ਨੇ। ਇਹਨਾਂ ਤੋਂ ਪਤਾ ਲੱਗਦਾ ਹੈ, ਸਾਨੂੰ ਪ੍ਰਮਾਣ ਮਿਲ ਜਾਂਦੇ ਨੇ ਕਿ ਕਿਸ ਤਰ੍ਹਾਂ ਦੀ ਉਸ ਸਮੇਂ ਹਾਲਤ ਸੀ। ਊਚ ਨੀਚ ਭੇਦਭਾਵ ਇਸ ਸਮਾਜ ਦੇ ਵਿੱਚ, ਚੋਰੀ ਠੱਗੀ ਲੁੱਟ ਖਸੁੱਟ ਚੱਲ ਰਹੀ ਸੀ। ਸੋ ਉਸ ਸਮੇਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਕੋਈ ਆਪਾਂ ਇੱਕ ਗੱਲ ਹੋਰ ਵੀ ਕਹਿ ਦਿੰਦੇ ਹਾਂ, ਆਪਾਂ ਦੇਖੀਏ ਕਿ ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰ ਦੌਰਿਆਂ ਤੇ ਨਿਕਲੇ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਵੈਸੇ ਤਾਂ ਆਪਾਂ ਇਹਦਾ ਗੱਲ ਇਹ ਕਹਿ ਲੈਂਦੇ ਹਾਂ, ਇਹਦਾ ਮਤਲਬ ਆਪਾਂ ਇਹ ਕੱਢ ਲੈਂਦੇ ਹਾਂ ਜਾਂ ਇਹ ਕਹਿੰਦੇ ਹਾਂ, ਇਹਦਾ ਮਤਲਬ ਇਹ ਬਣਦਾ ਹੈ ਕਿ ਹਿੰਦੂ ਤੇ ਮੁਸਲਮਾਨ ਇਹ ਕੋਈ ਅਲੱਗ-ਅਲੱਗ ਨਹੀਂ, ਅਸੀਂ ਇੱਕੋ ਹੀ ਜੋ परमात्मा ਉਹਦੀ ਸੰਤਾਨ ਆ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿੱਥੇ ਗੱਲ ਆਉਂਦੀ ਹੈ ਵੀ ਅਸੀਂ ਇੱਕੋ ਹੀ ਅਕਾਲ ਪੁਰਖ ਪਰਮਾਤਮਾ ਦੀ ਸੰਤਾਨ ਆ, ਉੱਥੇ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਇੱਕ ਪਾਸੇ ਹੋਰ ਵੀ ਜਾਂਦਾ ਕਿ ਹਿੰਦੂ ਤੇ ਮੁਸਲਮਾਨ ਇਹ ਦੋ ਧਰਮ ਉਸ ਸਮੇਂ ਖਾਸ ਕਰਕੇ ਅੱਗੇ ਚੱਲ ਰਹੇ ਸੀਗੇ। ਇਹ ਜਿਹੜੇ ਉਹਨਾਂ ਦੇ ਧਰਮ ਦੇ ਜਿਹੜੇ ਅਸੂਲ ਸੀ ਉਹਨਾਂ ਤੋਂ ਭਟਕ ਚੁੱਕੇ ਸੀਗੇ, ਕਾਫੀ ਹੱਦ ਤੱਕ ਉਹਨਾਂ ਤੋਂ ਭਟਕ ਚੁੱਕੇ ਸੀਗੇ। ਜਿਹੜੀ ਉਹਨਾਂ ਦੇ ਵਿੱਚ ਜੋ ਗੁਣ ਸੀ, ਇਹ ਚੰਗੇ ਆਚਰਣ ਜਿਹੜਾ ਉਹਨਾਂ ਨੇ ਆਪਣੇ ਅੰਦਰ ਪੈਦਾ ਕਰਨਾ ਸੀ, ਉਹ ਉਹਨਾਂ ਲੋਕਾਂ ਨੇ ਪੈਦਾ ਨਹੀਂ ਕੀਤਾ। ਸਿਰਫ ਬੇਈਮਾਨੀ ਉਹਨਾਂ ਨੇ ਆਪਣਾ ਜੋ ਹੈ ਪਰਮਾਤਮਾ ਬੇਈਮਾਨੀ ਨੂੰ ਹੀ ਸਮਝ ਲਿਆ ਸੀਗਾ। ਸੋ ਬੇਈਮਾਨੀ ਨੂੰ ਆਪਣਾ ਧਰਮ ਬਣਾ ਰੱਖਿਆ ਸੀ। ਸੋ ਇਸ ਤਰ੍ਹਾਂ ਬਹੁਤ ਸਾਰੀ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਆ ਕੇ ਇਹਨਾਂ ਤੇ ਕਰਾਰੀ ਚੋਟ ਕੀਤੀ ਹੈ। ਆਪਾਂ ਇਤਿਹਾਸ ਤੋਂ ਸਾਰੇ ਜਾਣੇ ਵਾਕਿਫ ਆ ਕਿ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਹਰਿਦੁਆਰ ਜਾ ਕੇ ਕਿ ਲੋਕਾਂ ਨੂੰ ਸਮਝਾਉਂਦੇ ਨੇ, ਕਿਤੇ ਗੁਰੂ ਨਾਨਕ ਸਾਹਿਬ ਬਨਾਰਸ ਦੇ ਠੱਗਾਂ ਦੀ ਪੋਲ ਖੋਲ੍ਹਦੇ ਨੇ, ਕਿਤੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਵਰ ਕਹਿ ਦਿੱਤਾ। ਸੋ ਹੋਰ ਬਹੁਤ ਸਾਰੀਆਂ ਸਾਨੂੰ ਗੁਰੂ ਸਾਹਿਬ ਨੇ ਅਲੱਗ-ਅਲੱਗ ਥਾਂ ਤੇ ਜਾ ਕੇ ਉਹਨਾਂ ਲੋਕਾਂ ਦੀ ਪੋਲ ਖੋਲ੍ਹੀ ਕਿ ਜਿਨ੍ਹਾਂ ਨੇ ਇਸ ਦੇਸ਼ ਨੂੰ ਜਾਂ ਇਸ ਜਗ੍ਹਾ ਨੂੰ, ਇਸ ਦੁਨੀਆ ਨੂੰ ਪਖੰਡ ਦਾ ਜੋ ਇੱਕ ਜਗ੍ਹਾ ਬਣਾ ਰੱਖੀ ਸੀ। ਗੁਰੂ ਨਾਨਕ ਸਾਹਿਬ ਨੇ ਉਹ ਸੁਧਾਰ ਇੱਕ ਸੁਧਾਰਵਾਦੀ ਵਿਚਾਰ ਇਸ ਸਮਾਜ ਨੂੰ ਦੇਣ ਦੀ ਸ਼ੁਰੂ ਕੀਤੀ, ਜਿਹਨੂੰ ਹੌਲੀ-ਹੌਲੀ ਅਸੀਂ ਸਿੱਖੀ ਕਹਿਣਾ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਜੇ ਆਪਾਂ ਦੇਖੀਏ, ਜੇ ਸਿੱਖੀ ਹੈ ਨਾ, ਉਹਦਾ ਮਤਲਬ ਹੀ ਇਹੀ ਹੈ ਕਿ ਅਸੀਂ ਸਿੱਖਣਾ ਹੈ। ਸਿੱਖ ਦਾ ਮਤਲਬ ਹੈ ਸਿੱਖਣਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹਰ ਰੋਜ਼ ਸਿੱਖਣਾ ਹੈ, ਨਿਤ ਦਿਨ ਸਿੱਖਣਾ ਹੈ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ। ਤੋਂ ਨਵੀਆਂ ਵਿਚਾਰਾਂ ਆਉਂਦੀਆਂ ਨੇ, ਤੇ ਅਸੀਂ ਹਰ ਰੋਜ਼ ਇਹ ਸਿੱਖਣਾ ਹੈ ਕਿ ਅਸੀਂ ਆਪਣੀ ਜੀਵਨ ਨੂੰ ਹੋਰ ਉੱਚਾ ਕਿਵੇਂ ਚੁੱਕ ਸਕਦੇ ਹਾਂ, ਹੋਰ ਸੁਧਾਰ ਵਾਲੇ ਪਾਸੇ ਸਮਾਜ ਨੂੰ ਕਿਵੇਂ ਲੈ ਕੇ ਜਾ ਸਕਦੇ ਹਾਂ। ਸੋ ਸਭ ਤੋਂ ਵੱਡੀ ਇਹੀ ਗੱਲ ਆਉਂਦੀ ਹੈ ਕਿ ਸਾਡਾ ਜੋ ਧਰਮ ਹੈ, ਸਿੱਖੀ ਦਾ ਜੋ ਧਰਮ ਹੈ, ਇਨਸਾਨੀਅਤ ਦਾ ਜੋ ਧਰਮ ਹੈ, ਇੱਕੋ ਇੱਕ ਹੀ ਮਕਸਦ ਹੋਣਾ ਚਾਹੀਦਾ ਕਿ ਇਨਸਾਨੀਅਤ ਨੂੰ ਅਸੀਂ ਕਿਸ ਤਰ੍ਹਾਂ ਉੱਚਾ ਚੁੱਕ ਸਕੀਏ। ਜੀ ਬਿਲਕੁਲ ਠੀਕ ਜਵਾਬ ਮੈਨੂੰ ਲੱਗਾ ਤੁਹਾਡਾ, ਬਿਲਕੁਲ ਸਹੀ ਵਿਚਾਰ ਕੀਤੀ ਆਪ ਜੀ ਨੇ। ਤੇ ਮੇਰੇ ਮਨ 'ਚ ਇੱਕ ਹੋਰ ਸਵਾਲ ਹੈ ਕਿ ਅੱਜ ਦਾ ਜਿਹੜਾ ਦੌਰ ਹੈ, ਜਿਵੇਂ ਆਪਾਂ ਦੇਖ ਰਹੇ ਹਾਂ ਭਾਰਤ ਦੀ ਹਾਲਤ ਗੱਲ ਕਰ ਲਈਏ ਭਾਰਤ ਦੀ, ਤੇ ਜੋ ਭਾਰਤ ਵਿੱਚ ਠੱਗੀ ਠੋਰੀ ਵਿੱਚ ਰਿਸ਼ਵਤਖੋਰੀ, ਸਰਕਾਰੀ ਮਹਿਕਮਾ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਲੋਕਾਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਹੈ। ਜਿਹੜਾ ਆਮ ਲੋਕ ਮਤਲਬ ਆਮ ਲੋਕ ਜਿਹੜੇ ਹੈਗੇ ਨੇ ਉਹ ਬਹੁਤ ਨੀਵੇਂ ਪੱਧਰ ਤੇ ਮਤਲਬ ਰੋਜ਼ਗਾਰ ਉਹਨਾਂ ਦਾ ਘਟ ਗਿਆ ਹੈ, ਹਰ ਤਰੀਕੇ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਆਮ ਬੰਦੇ ਦਾ। ਕੀ ਮਤਲਬ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ, ਜਿਹੜੀ ਸਿੱਖੀ ਦੀ ਵਿਚਾਰਧਾਰਾ ਹੈ, ਉਹ ਕਿਸ ਤਰੀਕੇ ਨਾਲ ਅਸੀਂ ਭਾਰਤ ਦੇ ਇਸ ਸਿਸਟਮ ਦੇ ਉੱਤੇ ਲਾਗੂ ਕਰ ਸਕਦੇ। ਜਿਵੇਂ ਆਪਾਂ ਦੇਖਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਸਿਸਟਮ ਕਿੰਨਾ ਪਿਆਰਾ ਹੈ, ਕਿੰਨੀ ਸੋਹਣਾ ਸਿਸਟਮ ਹੈ ਉਹਨਾਂ ਦਾ। ਵਾਤਾਵਰਣ ਦੇ ਗੱਲ ਕਰੀਏ, ਅਸੀਂ ਮਨੁੱਖਤਾ ਦੀ ਗੱਲ ਕਰੀਏ, ਹਰ ਇੱਕ ਬੰਦੇ ਦੀ ਉਹ ਕੇਅਰ ਕਰਦੇ ਹਨ। ਆਮ ਹਰ ਇੱਕ ਬੰਦੇ ਦੀ ਉਹਨਾਂ ਦੇ ਅੰਦਰ ਵੈਲਿਊ ਹੈ, ਇੱਕ ਉਹਨਾਂ ਦੀ ਲਾਈਫ ਦੀ ਵੈਲਿਊ ਹੈ। ਜੇ ਇੱਕ ਬੰਦਾ ਰੋਡ ਤੇ ਕੋਈ ਐਕਸੀਡੈਂਟ ਹੋ ਗਿਆ, ਕੁਛ ਦੁਰਘਟਨਾ ਵਾਪਰਦੀ ਹੈ, ਤਾਂ ਪੁਲਿਸ ਜਾਂ ਜਿਹੜੀ ਮੌਜੂਦਾ ਉੱਥੋਂ ਦੇ ਹਸਪੀਟਲ ਵਗੈਰਾ ਹੈਗੇ ਨੇ, ਜੋ ਸਹਾਇਤਾ ਜੋ ਹੈ ਉਸੇ ਵੇਲੇ ਅਪੜਦੀ ਹੈ। ਪਰ ਭਾਰਤ ਦੇ ਵਿੱਚ ਕਿਉਂ ਇਹ ਸਿਸਟਮ ਨਹੀਂ ਅਪਣਾਇਆ ਜਾ ਰਿਹਾ? ਮਤਲਬ ਅਸੀਂ ਕੀ ਇਹੋ ਜਿਹੇ ਸਟੈਪ ਲੈ ਸਕਦੇ ਹਾਂ, ਕਿਹੜੇ ਇਹੋ ਜਿਹੇ ਕਦਮ ਚੁੱਕ ਸਕਦੇ ਹਾਂ ਜਿਹਦੇ ਨਾਲ ਇਸ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਾਡੇ ਦੇਸ਼ 'ਚ ਵੀ ਲਾਗੂ ਹੋ ਜਾਏ ਤੇ ਸਾਡਾ ਦੇਸ਼ ਵੀ ਕਿਤੇ ਸੁਧਰ ਜਾਏ? ਬਿਲਕੁਲ ਵੀਰ ਜੀ, ਤੁਸੀਂ ਬਹੁਤ ਸਹੀ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਹੋ ਜਾਏ। ਇਸ ਦੇਸ਼ ਕੀ ਪੂਰੀ ਦੁਨੀਆ ਦੇ ਵਿੱਚ ਜੇ ਆਪਾਂ ਕਹੀਏ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਲਾਗੂ ਹੋਣਾ ਚਾਹੀਦਾ ਹੈ। ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਵਿਦੇਸ਼ਾਂ ਦੇ ਵਿੱਚ ਹਾਲਾਂਕਿ ਸਿਸਟਮ ਭਾਰਤ ਨਾਲੋਂ ਬਹੁਤ ਚੰਗਾ ਹੈ, ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਬੰਦੇ ਦੀ ਆਪਣੀ ਰਿਸਪੌਂਸਿਬਿਲਿਟੀ ਹੁੰਦੀ ਹੈ, ਜਦੋਂ ਬੰਦਾ ਉਹਨੂੰ ਸਮਝਣਾ ਸ਼ੁਰੂ ਕਰੇਗਾ ਨਾ, ਕਾਫੀ ਹੱਦ ਤੱਕ ਇਹ ਚੀਜ਼ਾਂ ਕਵਰ ਹੋ ਜਾਂਦੀਆਂ। ਸਭ ਤੋਂ ਪਹਿਲਾਂ ਹੱਥ ਨੂੰ ਹੱਥ ਹੁੰਦਾ। ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸਾਥ ਕਿਸੇ ਦਾ ਮਿਲ ਜਾਵੇ ਨਾ, ਤਾਂ ਕੋਈ ਜੋ ਲੀਡਰ ਹੈ ਉਹਨੂੰ ਇੱਕ ਐਸੀ ਤਾਕਤ ਮਿਲਦੀ ਹੈ, ਐਸੀ ਸ਼ਕਤੀ ਮਿਲਦੀ, ਤਾਂ ਅੱਗੇ ਜਾ ਕੇ ਜਿਹੜਾ ਹੈ ਉਹ ਆਪਣੇ ਹੀ ਨਾਲ ਦੇ ਦਾ ਜਾਂ ਆਪਣੀ ਹੀ ਕੌਮ ਦਾ, ਆਪਣੀ ਹੀ ਸਮਾਜ ਦਾ ਸੁਧਾਰ ਕਰ ਸਕਦਾ ਹੈ। ਸੋ ਪਰ ਜਦੋਂ ਅੱਜ ਤੇ ਹੋ ਕੀ ਰਿਹਾ, ਅਸੀਂ ਆਪਣੀ ਜੋ ਗਲਤੀ ਕਰਦੇ ਹਾਂ, ਉਸ ਆਪਣੀ ਗਲਤੀ ਨਾ ਮੰਨ ਕੇ ਅਸੀਂ ਉਸ ਗਲਤੀ ਦਾ ਬਲੇਮ ਵੀ ਆਪਣੇ ਲੀਡਰਾਂ ਨੂੰ ਜਾਂ ਫਿਰ ਕਿਸੇ ਹੋਰ ਦੇ ਉੱਤੇ ਪਾ ਦਿੰਦੇ ਹਾਂ। ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਣੇ ਲੀਡਰ ਕੋਈ ਵਾਲੇ ਚੰਗੇ ਨੇ,
ਠੀਕ ਹੈ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਸ਼ਹਿਰ ਦੇ ਰਹੇ ਹਾਂ ਤਾਂ ਫਿਰ ਉਹਨਾਂ ਦੀ ਜੋ ਹੌਸਲਾ ਹੋਰ ਵੱਧ ਜਾਂਦਾ। ਜੀ ਕਿਉਂਕਿ ਜੇ ਲੀਡਰ ਸਾਡੇ ਗੁਰੂ ਨਾਨਕ ਸਾਹਿਬ ਵਰਗੇ ਲੀਡਰ ਇੱਥੇ ਹੋਣ ਜਿਹੜੇ ਕਹਿ ਸਕਣ ਕਿ ਰਾਜੇਸ਼ ਹੀ ਮੁਕੱਦਮ ਕੁੱਤੇ, ਜਦੋਂ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਵਿੱਚ ਕਹੀ ਸੀ, ਜੇ ਉਹੋ ਜਿਹੇ ਲੀਡਰ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਚੱਲਣ ਵਾਲੇ, ਗੁਰੂ ਸਾਹਿਬ ਦੀ ਸੋਚ ਤੇ ਚੱਲਣ ਵਾਲੇ, ਉਸ ਪਹਿਰਾ ਦੇਣ ਵਾਲੇ, ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਉਹੋ ਜਿਹੇ ਲੀਡਰ ਜਦੋਂ ਕੋਈ ਸਮਾਜ ਦੇ ਵਿੱਚ ਆਉਂਦਾ ਹੈ, ਸਾਹਮਣੇ ਆਉਂਦਾ, ਤੇ ਹਾਲਾਂਕਿ ਉਹਦੇ ਲੋਕ ਜਦੋਂ ਉਹਨੂੰ ਮਦਦ ਮਿਲਦੀ ਹੈ ਤਾਂ ਉਹ ਕਾਫੀ ਹੱਦ ਤੱਕ ਕੰਮ ਕਰਦਾ ਵੀ ਹੈ। ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦਾ ਵੀਰ ਜੀ, ਤੇ ਤੁਸੀਂ ਜਾਣਦੇ ਹੋ ਕਿ ਨਾ ਕੋਈ ਆਪਾਂ ਵਾਲੇ ਵਿਦਵਾਨ ਹੈਗੇ, ਬਟ ਫਿਰ ਵੀ ਇੱਕ ਗੱਲ ਐਵੇਂ ਹੈ ਕਿ ਜਦੋਂ ਹੁਣ ਪੰਜਾਬ ਦੇ ਵਿੱਚ ਜੋ ਕੀ ਹਾਲਤ ਕਰੀਏ, ਭਗਵੰਤ ਮਾਨ ਇੱਕ ਜੋ ਆਪ ਦਾ ਜੋ ਉੱਥੇ MP ਹੈ, ਸੋ ਉਹ ਵਧੀਆ ਕੰਮ ਕਰ ਰਿਹਾ ਤੇ ਲੋਕਾਂ ਦਾ ਉਹਨੂੰ ਸਪੋਰਟ ਵੀ ਮਿਲ ਰਿਹਾ। ਸੋ ਗੱਲ ਇਹ ਨਹੀਂ ਹੈ ਕਿ ਕੋਈ ਲੀਡਰ ਕੀ ਕਰੇਗਾ ਜਾਂ ਕੋਈ ਜਨਤਾ ਕੀ ਕਰੇਗੀ, ਇਹ ਸਾਥ ਦੀ ਗੱਲ ਹੈ। ਜਦੋਂ ਸਭ ਤੋਂ ਪਹਿਲੀ ਗੱਲ ਅਸੀਂ ਆਪਣੇ ਆਪ ਨੂੰ ਕੀ ਕਰ ਸਕਦੇ ਹਾਂ, ਸਭ ਤੋਂ ਪਹਿਲਾਂ ਅਸੀਂ ਜਦੋਂ ਕੋਈ ਸਰਕਾਰੀ ਕੰਮ ਕਰਾਉਣ ਜਾਂਦੇ ਹਾਂ ਜਾਂ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਜਾਂਦੇ ਹਾਂ, ਸਭ ਤੋਂ ਪਹਿਲਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਸਮਾਂ ਬਚ ਜਾਵੇ। ਅਸੀਂ ਆਪਣੀ ਜੇਬ ਦੇ ਵਿੱਚੋਂ ਖੁਦ ਪੈਸੇ ਕੱਢ ਕੇ ਉਹਨਾਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਣ ਦੀ ਕਰਦੇ ਕਿ ਸਾਡਾ ਸਮਾਂ ਬਚ ਜਾਵੇ ਪਰ ਕੰਮ ਛੇਤੀ ਬਣ ਜਾਵੇ। ਪਰ ਜਦੋਂ ਇਹ ਸੋਚ ਸਾਡੀ ਦਿਮਾਗ ਦੇ ਵਿੱਚੋਂ ਨਿਕਲੇਗੀ ਨਾ, ਅੱਜ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਲਈਏ ਤੇ ਫਿਰ ਅਸੀਂ ਆਪਣੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ। ਸੋ ਹੌਲੀ ਹੌਲੀ ਅਸੀਂ ਜੇ ਇੱਕ ਸਟੈਪ ਬਾय ਸਟੈਪ ਇਸ ਚੀਜ਼ ਨੂੰ ਲੈ ਕੇ ਚੱਲੀਏ ਕਿ ਅੱਜ ਮੈਂ, ਕੱਲ ਨੂੰ ਨਾਲ ਦੇ, ਫਿਰ ਆਪਣੇ ਫਰੈਂਡ ਸਰਕਲ ਦੇ ਵਿੱਚ, ਫਿਰ ਆਪਣੇ ਪਿੰਡ ਦੇ ਵਿੱਚ, ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ, ਜਾਂ ਕਿਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੌਲੀ ਹੌਲੀ ਇੱਕ ਆਪਣਾ ਲੀਡਰ ਬਣਾ ਕੇ, ਸੋ ਇਹਨਾਂ ਛੋਟੀਆਂ ਜਿਹੜੀਆਂ ਨੇ ਸੰਸਥਾਵਾਂ ਬਣਾ ਕੇ ਜਾਂ ਕਿਵੇਂ ਮਰਜ਼ੀ ਇਹਨਾਂ ਦੇ ਉੱਤੇ ਜੋ ਵੀ ਫਰਟ ਬੰਦਾ ਕਰ ਸਕੇ ਉਹਨਾਂ ਨੂੰ ਕਰ ਲੈਣਾ ਚਾਹੀਦਾ, ਤਾਂ ਕਿ ਇਹ ਚੀਜ਼ਾਂ ਜਿਹੜੇ ਭ੍ਰਿਸ਼ਟਾਚਾਰ ਜੜ ਤੋਂ ਖਤਮ ਹੋ ਸਕੇ। ਸੋ ਰਹੀ ਗੱਲ ਰਾਜਨੀਤੀ ਦੀ, ਜੇ ਉੱਤੇ ਦੀ, ਉਹ ਤਾਂ ਪੋਲਿਟਿਕਸ ਖੇਲਦੇ ਨੇ, ਸਾਨੂੰ ਪਤਾ ਹੀ ਹੈ। ਜਿਹੜੀ ਰਾਜਨੀਤੀ ਹੈ ਉਹ ਰਾਜਨੀਤੀ ਇਸ ਤਰ੍ਹਾਂ ਤਰੀਕੇ ਦੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਕੁਰਸੀ ਤੋਂ ਬਿਨਾਂ ਕੁਝ ਹੋਰ ਨਹੀਂ ਦਿਖਦਾ। ਭਾਵੇਂ ਉਹ ਗੱਲ ਕਰੀਏ ਆਪਾਂ ਆਪਣੇ ਦੇਸ਼ ਦੇ ਰਾਜਨੀਤੀ ਦੀ ਜਾਂ ਗੱਲ ਕਰੀਏ SGPC ਦੀ, ਜਾਂ ਮਤਲਬ ਇਹਦੇ ਵਿੱਚ ਜੋ ਮੋਢੀ ਬੰਦੇ ਨੇ ਉਹ ਜ਼ਿਆਦਾਤਰ ਕਰਪਟ ਹੋ ਚੁੱਕੇ ਨੇ। ਸੋ ਇਸ ਕਰਕੇ ਕਿਸੇ ਕੌਮ ਦਾ, ਦੇਸ਼ ਦਾ, ਸਮਾਜ ਦਾ ਭਲਾ ਨਹੀਂ ਹੋ ਰਿਹਾ। ਪਰ ਜੋ ਗੁਰੂ ਨਾਨਕ ਸਾਹਿਬ ਦੀ ਇੱਕ ਵਿਚਾਰਧਾਰਾ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਹੈ, ਸੋ ਆਪਾਂ ਆਪਣੇ ਆਪ ਨੂੰ ਸਟੇਬਲ ਕਰੀਏ। ਸਭ ਤੋਂ ਵੱਡੀ ਐਗਜ਼ਾਮਪਲ ਇੱਕ ਇਸ ਸਮੇਂ ਬੋਲਣਾ ਕੋਈ ਗਲਤ ਨਹੀਂ ਹੋਏਗਾ ਕਿ ਸਭ ਤੋਂ ਵੱਡੀ ਉਦਾਹਰਨ ਸਾਡੇ ਲਈ ਖਾਲਸਾ ਏਡ ਦੀ ਹੈ। ਉਹਨਾਂ ਦੇ ਜੋ ਸਥਾਪਕ ਨੇ ਰਵੀ ਸਿੰਘ ਜੀ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਆਇਆ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੈ, ਖਾਲਸਾ ਏਡ ਦਾ ਨਾਂ ਹੈ। ਪਤਾ ਹੈ ਕਿ ਸਿੱਖ ਇੱਕ ਐਸੀ ਕੌਮ ਹੈ ਜੋ ਮਦਦ ਕਰਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੀ। ਬਿਲਕੁਲ। ਸੋ ਵੀਰ ਜੀ, ਇਹ ਤੇ ਗੱਲ ਹੋ ਗਈ ਪੋਲਿਟਿਕਸ ਦੀ, ਜਾਂ ਹੋਰ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਸਾਨੂੰ ਦੱਸੋ ਕਿ ਅਸੀਂ ਆਪ ਕੀ ਪਹਿਲਾ ਸਟੈਪ ਲੈ ਸਕਦੇ ਹਾਂ, ਕਿੱਧਰੋਂ ਸ਼ੁਰੂਆਤ ਕਰ ਸਕਦੇ ਹਾਂ? ਸ਼ੁਰੂਆਤ ਜੇ ਆਪਾਂ ਗੱਲ ਕੀਤੀ ਜਾਈਏ, ਜਿਵੇਂ ਪਹਿਲਾਂ ਮੈਂ ਕਰ ਚੁੱਕਿਆ ਕਿ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਸਾਡੀ ਕੌਮ ਦਾ, ਜੇ ਅਸੀਂ ਨਿਗਾਹ ਮਾਰ ਕੇ ਦੇਖੀਏ ਨਾ, ਹਾਲਾਤ ਤਾਂ ਬੁਰੇ ਨੇ। ਕੌਮ ਦੇ ਕੋਲ ਇਹ ਨਹੀਂ ਹੈ ਕਿ ਪੈਸਾ ਨਹੀਂ ਹੈ, ਪੈਸਾ ਬਹੁਤ ਹੈ ਪਰ ਗਲਤ ਥਾਵਾਂ ਦੇ ਉੱਤੇ ਲੱਗ ਰਿਹਾ ਜੀ। ਸੋ ਜਿਹੜੇ ਵੀ ਪੰਥ ਦਰਦੀ ਮੇਰੇ ਵੀਰ ਨੇ, ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਮੇਰੇ ਪੰਥ ਦਰਦੀ ਵੀਰ ਨੇ ਉਹ ਆਪਣੇ ਦਸਵੰਧ ਦੀ ਸਭ ਤੋਂ ਪਹਿਲਾਂ ਯੋਗ ਵਰਤੋਂ ਕਰਨੀ ਸ਼ੁਰੂ ਕਰਨ, ਦਸਵੰਧ ਦੀ। ਸੋ ਪਰ ਜਦੋਂ ਦਸਵੰਧ ਦੀ ਗੱਲ ਕਰਦੇ ਆ, ਇੱਥੇ ਇੱਕ ਸਵਾਲ ਆ ਕੇ ਹੋਰ ਖੜਾ ਹੋ ਜਾਂਦਾ ਹੈ ਕਿ ਦਸਵੰਧ ਤਾਂ ਫਿਰ ਬਾਅਦ ਚ ਆਉਣਾ, ਸਭ ਤੋਂ ਪਹਿਲਾਂ ਤਾਂ ਰੁਜ਼ਗਾਰ ਦੀ ਗੱਲ ਹੈ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਸੰਸਥਾਵਾਂ ਨੇ ਉਹ ਕੋਸ਼ਿਸ਼ ਕਰਨ ਕਿ ਆਪਣੇ ਪੱਧਰ ਤੇ ਕੀ ਰੁਜ਼ਗਾਰ ਆਪਣੇ ਨੌਜਵਾਨ ਵੀਰਾਂ ਨੂੰ ਦੇ ਸਕਦੀਆਂ ਨੇ, ਤੇ ਉਸ ਤੋਂ ਬਾਅਦ ਉਸ ਦਸਵੰਧ ਦੀ ਕੀ ਯੋਗ ਵਰਤੋਂ ਹੋ ਸਕਦੀ ਹੈ, ਕਿੱਥੇ ਲੱਗ ਸਕਦਾ ਹੈ। ਕਿ ਇਹਨਾਂ ਨਗਰ ਕੀਰਤਨਾਂ ਦੇ ਉੱਤੇ, ਲੰਗਰਾਂ ਦੇ ਉੱਤੇ ਕੌਮ ਦਾ ਬਹੁਤ ਪੈਸਾ ਬਰਬਾਦ ਹੋ ਗਿਆ। ਲਿਟਰੇਚਰ ਦੇ ਉੱਤੇ ਵੀ ਆਪਾਂ ਕਹਿ ਲਈਏ, ਜੇ ਲਿਟਰੇਚਰ ਆਪਾਂ ਕਹਿੰਦੇ ਆ ਕਿ ਲਿਟਰੇਚਰ ਦੇ ਉੱਤੇ ਪੈਸਾ ਲੱਗਣਾ ਚਾਹੀਦਾ, ਠੀਕ ਹੈ ਲੱਗਣਾ ਚਾਹੀਦਾ, ਪਰ ਲਿਟਰੇਚਰ ਵੀ ਬਹੁਤ ਤਰ੍ਹਾਂ ਦਾ ਛਪ ਚੁੱਕਿਆ ਹੈ। ਪਰ ਹੁਣ ਸਾਨੂੰ ਇੱਕ ਇਹੋ ਜਿਹਾ ਸਟੈਪ ਚੱਕਣਾ ਚਾਹੀਦਾ ਕਿ ਉਹ ਲਿਟਰੇਚਰ ਨੂੰ ਪੜ੍ਹਨ ਵਾਲਿਆਂ ਦੇ ਵਿੱਚ ਰੁਚੀ ਕਿਵੇਂ ਪੈਦਾ ਕੀਤੀ ਜਾਵੇ। ਇਹ ਸਭ ਤੋਂ ਅਹਿਮ ਸਵਾਲ ਹੈ ਕਿਉਂਕਿ ਅੱਜ ਰੁਚੀ ਲਿਟਰੇਚਰ ਨੂੰ ਪੜ੍ਹਨ ਵਾਲਿਆਂ ਦੇ ਵਿੱਚ ਬਹੁਤ ਘਟਦੀ ਜਾ ਰਹੀ ਹੈ। ਕੋਈ ਲਿਟਰੇਚਰ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਅਸਲ ਦੇ ਵਿੱਚ ਅਸੀਂ ਕਿਸ ਕੌਮ ਦੇ ਵਾਰਸ ਹਾਂ, ਅਸੀਂ ਸਾਡੀ ਜੜ ਕੀ ਹੈ ਅਸਲ ਦੇ ਵਿੱਚ। ਜਦੋਂ ਕਿਸੇ ਨੂੰ ਆਪਣੀ ਜੜ ਨਾ ਪਤਾ ਹੋਵੇ, ਫਿਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਅਕਸਰ ਕਿ ਜਿਹੜੀ ਚੀਜ਼ ਦਾ ਸਵਾਦ ਨਾ ਪਤਾ ਹੋਵੇ ਤੇ ਉਹਦੇ ਨਾਲ ਪ੍ਰੇਮ ਵੀ ਪੈਦਾ ਨਹੀਂ ਹੋ ਸਕਦਾ। ਸੋ ਜੋ ਸਵਾਦ ਹੈ ਉਹ ਸਵਾਦ ਤਾਂ ਹੀ ਆਵੇਗਾ ਜੇ ਅਸੀਂ ਖੁਦ ਕਿਸੇ ਚੀਜ਼ ਨੂੰ ਅਸੀਂ ਚੱਖ ਕੇ ਦੇਖਾਂਗੇ। ਸੋ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂ ਕਿ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜੁੜੋ, ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਖੁਦ ਸਟੱਡੀ ਕਰੋ, ਪਾਠ ਕਰੋ, ਵਿਚਾਰਾਂ ਕਰੋ, ਸ਼ਬਦ ਵਿਚਾਰ ਕਰੋ, ਗੁਰਬਾਣੀ ਨਾਲ ਜੁੜੋ, ਤਾਂ ਆਪਣੇ ਇਤਿਹਾਸ ਦੇ ਵਿੱਚ ਜੋ ਵੀ ਮਿਲਾਵਟਾਂ ਹੋਈਆਂ ਨੇ ਉਹਨਾਂ ਨੂੰ ਸਮਝੋ, ਤਾਂ ਉਹਨਾਂ ਚਾਲਾਂ ਨੂੰ ਕਿ ਅਸੀਂ ਜੋ ਸਾਡੇ ਨਾਲ ਹੋਈਆਂ ਨੇ ਦਾ ਸਾਨੂੰ ਕਿਵੇਂ ਪਿੱਛੇ ਪਾ ਰਹੀਆਂ ਨੇ।
ਜਦੋਂ ਨੌਜਵਾਨ ਵਰਗ ਨੂੰ ਇੱਕ ਸਹੀ ਸੇਧ ਮਿਲ ਜਾਵੇਗੀ ਤਾਂ ਫਿਰ ਉਹ ਨੌਜਵਾਨ ਵਰਗ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਦੇ ਵਿੱਚ ਬਹੁਤ ਛੇਤੀ ਪਹੁੰਚਾ ਦੇਣਗੇ। ਤੇ ਉਸ ਤੋਂ ਬਾਅਦ ਜੋ ਬੱਚੇ ਨੇ, ਬੱਚਿਆਂ ਦੇ ਉੱਤੇ ਵੀ ਉਹ ਨੌਜਵਾਨ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣਾ ਕੇ ਜਾਂ ਕੋਈ ਸੈਮੀਨਾਰ ਕਰਵਾ ਕੇ ਜਾਂ ਕਲਾਸਾਂ ਲਗਾ ਕੇ ਛੋਟੀਆਂ ਕਲਾਸਾਂ ਦੇ ਜ਼ਰੀਏ ਸਕੂਲਾਂ ਦੇ ਵਿੱਚ ਉਹ ਨੌਜਵਾਨ ਵਰਗ ਫਿਰ ਬੱਚਿਆਂ ਨੂੰ ਸਿੱਖੀ ਦੇ ਪ੍ਰਤੀ ਆਕਰਸ਼ਿਤ ਕਰ ਸਕਦਾ ਹੈ। ਸੋ ਇਹੀ ਹੈ ਕਿ ਨੌਜਵਾਨ ਵਰਗ ਨੂੰ ਸਭ ਤੋਂ ਪਹਿਲਾਂ ਸੰਭਲਣਾ ਜ਼ਰੂਰੀ ਹੈ, ਕਿਉਂਕਿ ਇਹ ਗੱਲ ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਵਿਚਾਰਧਾਰਾ ਨੂੰ ਖਤਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਦੇ ਨੌਜਵਾਨੀ ਦੀ ਸੋਚ ਨੂੰ ਖਤਮ ਕਰ ਦਿਓ। ਤੇ ਇਹ ਸਾਡਾ ਆਪਾਂ ਕਹਿ ਦਈਏ ਕਿ ਸਾਡੇ ਪੰਜਾਬ ਦੀ ਤਰਾਸ਼ਦੀ ਇਹੀ ਹੈ ਕਿ ਨਸ਼ਿਆਂ ਦੇ ਵਿੱਚ ਨੌਜਵਾਨ ਕੁਝ ਡੁੱਬ ਗਏ ਨੇ, ਇਹਨਾਂ ਨਸ਼ਿਆਂ ਦੇ ਵਿੱਚ ਆਪਣਾ ਘਰ ਬਰਬਾਦ ਕਰ ਰਿਹਾ ਤੇ ਕਈ ਇਸ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਕਰਨਾ ਚਾਹੁੰਦਾ, ਕਈ ਫੋਰਨ ਕੰਟਰੀਆਂ ਦੇ ਵੱਲ ਭੱਜ ਰਹੇ ਨੇ। ਕਿਉਂਕਿ ਉੱਥੇ ਇਹਨਾਂ ਨੂੰ ਨਹੀਂ ਲੱਗਦਾ ਕਿ ਸਾਡਾ ਫਿਊਚਰ ਹੈ। ਜਦੋਂ ਆਪਣਾ ਫਿਊਚਰ ਕਿਸੇ ਨੌਜਵਾਨ ਨੂੰ ਇੱਥੇ ਦਿਖੇਗਾ ਤਾਂ ਫਿਰ ਉਹ ਆਪਣਾ ਪੈਰ ਇਸ ਰਾਹ ਤੇ ਵਧਾਉਣ ਲਈ ਕਦੇ ਪਿੱਛੇ ਨਹੀਂ ਪਾਏਗਾ, ਜ਼ਰੂਰ ਆਪਣਾ ਪੈਰ ਇਸ ਰਾਹ ਤੇ ਵਧਾਉਣ ਲਈ ਛੇਤੀ ਅੱਗੇ ਆਏ। ਠੀਕ ਹੈ ਵੀਰ ਜੀ, ਆਪ ਜੀ ਦੀ ਵਿਚਾਰ ਬਹੁਤ ਚੰਗੀ ਲੱਗੀ। ਉਮੀਦ ਕਰਦੇ ਹਾਂ ਸਾਡੀ ਟਰੂ ਲਰਨਰ ਦੀ ਸੰਗਤਾਂ ਨੂੰ, ਜਿਹੜੀਆਂ ਸਾਡੇ ਨਾਲ ਵੀਰ ਭੈਣ ਜੁੜੇ ਨੇ, ਉਹਨਾਂ ਨੂੰ ਵੀ ਅੱਛੀ ਲੱਗੀ ਹੋਵੇ। ਜੇ ਆਪ ਜੀ ਨੂੰ ਸਾਡੀਆਂ ਵਿਚਾਰਾਂ ਚੰਗੀਆਂ ਲੱਗੀਆਂ ਹੋਣ ਤੇ ਜ਼ਰੂਰ ਸਾਨੂੰ ਕਮੈਂਟ ਬਾਕਸ 'ਚ ਦੱਸਣ ਤੇ ਵੀਡੀਓ ਨੂੰ ਵੀ ਕਿਰਪਾ ਕਰਕੇ ਲਾਈਕ ਕਰਿਓ ਜੀ, ਤੇ ਜੇ ਚੰਗੀ ਲੱਗੀ ਹੋਵੇ ਅੱਗੇ ਸ਼ੇਅਰ ਵੀ ਕਰਿਓ ਜੀ। ਧੰਨਵਾਦ ਜੀ। ਜੇ ਕਿਸੇ ਸੰਗਤ ਦਾ ਕੋਈ ਸਵਾਲ ਹੋਵੇ ਤੇ ਉਹ ਵੀ ਸਾਨੂੰ ਪੁੱਛ ਸਕਦੀ ਹੈ, ਕਮੈਂਟ ਦੇ ਵਿੱਚ ਪੁੱਛ ਸਕਦੀ ਜਾਂ ਸਾਨੂੰ ਕਾਲ ਵੀ ਕਰ ਸਕਦੀ ਹੈ। ਨੰਬਰ ਜਾਂ ਈਮੇਲ ਤੇ ਜਾਂ ਸੋਸ਼ਲ ਮੀਡੀਆ ਤੇ ਕਿਤੇ ਵੀ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ YouTube ਤੇ ਕਿਤੇ ਵੀ ਸਾਨੂੰ ਕੰਟੈਕਟ ਕਰ ਸਕਦੀ ਹੈ। ਸੋ ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸੰਗਤਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਟਰੂ ਲਰਨਰ, ਆਓ ਸਿੱਖਦੇ ਰਹੀਏ।